ਵਾਹਿਗੁਰੂ ਸਾਹਿਬ ਜੀ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ। ਕਾਗਦ ਕਲਮ ਨ ਲਿਖਨ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ। ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ। ਮੰਨੈ ਮੋਹ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ। ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ। ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ। ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ। ਮੰਨੈ ਤਰੈ ਤਾਰੇ ਗੁਰ ਸਿੱਖ, ਮੰਨੈ ਨਾਨਕ ਭਵਹਿ ਨ ਭਿਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਦੇ ਸਦਕਾ, ਜੋ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਜਪਜੀ ਸਾਹਿਬ ਦੀ ਲੜੀਵਾਰ ਵਿਚਾਰ ਕਰਦੇ ਹਾਂ। ਆਪਾਂ ਪਿਛਲੇ ਪ੍ਰਕਰਣ ਦੇ ਵਿੱਚ ਸੁਣਿਆ ਵਾਲੀਆਂ ਪੌੜੀਆਂ ਦੀ ਵਿਆਖਿਆ ਵਿਚਾਰੀ ਹੈ। ਹੁਣ ਸੁਣਿਆ ਵਾਲੀ ਪੌੜੀ ਤੋਂ ਬਾਅਦ, ਉਹਨਾਂ 4 ਪੌੜੀਆਂ ਤੋਂ ਬਾਅਦ ਫਿਰ ਮੰਨੇ ਵਾਲੀਆਂ ਪੌੜੀਆਂ ਆਉਂਦੀਆਂ ਨੇ। ਤੋ ਹੁਣ ਜਪਜੀ ਸਾਹਿਬ ਦੇ ਵਿੱਚ 12ਵੀਂ ਪੌੜੀ ਤੋਂ ਲੈ ਕਰਕੇ 15ਵੀਂ ਪੌੜੀ ਤੱਕ ਇਹ ਜੋ ਪ੍ਰਕਰਨ ਮੰਨੇ ਵਾਲਾ ਆਉਂਦਾ ਹੈ, ਇਹਦੀ ਵਿਚਾਰ ਆਪਾਂ ਕਰਨੀ ਆ। ਪਹਿਲਾਂ ਆਪਾਂ ਇਹਨਾਂ 4 ਪੌੜੀਆਂ ਦੇ ਭਾਵ ਅਰਥ ਵਿਚਾਰਾਂਗੇ, ਔਰ ਫਿਰ ਉਸ ਤੋਂ ਬਾਅਦ ਆਪਾਂ ਇਹਨਾਂ 4 ਪੌੜੀਆਂ ਦੀ ਇੱਕ ਲੜੀ ਜੋ ਹੈ, ਉਹਦੇ ਆਖਰੀ ਅਰਥ ਨੇ, ਉਹਦੀ ਵਿਚਾਰ ਕਰਾਂਗੇ। ਸਤ ਸੰਗਤ ਆਓ, ਸਤਿਗੁਰਾਂ ਨੇ ਬਹੁਤ ਪਿਆਰੀ ਫਤਿਹ ਸਾਨੂੰ ਬਖਸ਼ੀ ਹੈ ਜੀ। ਫਤਿਹ ਵਿੱਚ ਹਾਜ਼ਰੀ ਭਰ ਕੇ ਇਸ ਵਿਚਾਰ ਨੂੰ ਆਰੰਭ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਪਾਵਨ ਬਾਣੀ ਦਾ ਪਾਠ ਕਰਦਿਆਂ ਸਭ ਤੋਂ ਪਹਿਲਾਂ ਜੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਪਰਮਾਤਮਾ ਦੀ ਗੱਲ ਕੀਤੀ ਹੈ, ਉਹਦੇ ਗੁਣਾਂ ਦੀ ਗੱਲ ਕੀਤੀ ਹੈ, ਫਿਰ ਸਚਿਆਰ ਹੋਣ ਦਾ ਤਰੀਕਾ ਦੱਸਿਆ, ਔਰ ਫਿਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਗਾਉਣ ਦੀ ਗੱਲ ਕੀਤੀ ਹੈ ਕਿ ਜੋ ਪਰਮਾਤਮਾ ਇੱਕ ਹੈ, ਸਮੇਂ ਤੋਂ ਪਰੇ ਹੈ, ਜੂਨਾਂ ਦੇ ਵਿੱਚ ਨਹੀਂ ਆਉਂਦਾ, ਜੋ ਡਰਦਾ ਨਹੀਂ, ਜਿਹਦਾ ਕਿਸੇ ਨਾਲ ਵੈਰ ਨਹੀਂ, ਔਰ ਜਿਹਦਾ ਹੁਕਮ ਪੂਰੀ ਸ੍ਰਿਸ਼ਟੀ ਦੇ ਵਿੱਚ ਵਰਤਦਾ ਪਿਆ, ਉਸ ਵਾਹਿਗੁਰੂ ਜੀ ਨੂੰ ਤੂੰ ਗਾ। ਗਾਵੇ ਕੋ ਤਾਨ ਹੋਵੇ ਕਿਸੇ ਤਾਨ, ਗਾਵੇ ਕੋ ਦਾਤ ਜਾਣੈ ਨਿਸ਼ਾਨ, ਗਾਵੇ ਕੋ ਗੁਣ ਵਡਿਆਈਆਂ 4। ਗਾਉਣ ਦੀ ਗੱਲ ਕੀਤੀ ਹੈ। ਤੇ ਫਿਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਸ ਇੱਕ ਪਰਮਾਤਮਾ ਨੂੰ ਕੇਵਲ ਗਾਉਣਾ ਹੀ ਨਹੀਂ, ਆਪਣੇ ਕੰਨਾਂ ਤੋਂ ਉਹਦੇ ਗੁਣਾਂ ਨੂੰ ਸੁਣ ਵੀ। ਔਰ ਜਦੋਂ ਸੁਣਿਆ ਵਾਲੀ ਪੌੜੀ ਦੀ ਆਪਾਂ ਵਿਚਾਰ ਕਰ ਰਹੇ ਸੀ, ਤੇ ਮੈਂ ਇੱਕ ਬੇਨਤੀ ਕੀਤੀ ਸੀ ਆਪ ਜੀ ਦੇ ਚਰਨਾਂ ਤੇ ਕਿ ਨਿਤਨੇਮ ਕਰਨਾ ਕੇਵਲ ਗਾਉਣ ਦਾ ਜਾਂ ਬੋਲਣ ਦਾ ਵਿਸ਼ਾ ਨਹੀਂ ਹੈ। ਨਿਤਨੇਮ ਕਰਨਾ ਬੋਲ ਕੇ ਆਪਣੇ ਕੰਨਾਂ ਤੋਂ ਸੁਣਨ ਦਾ ਵੀ ਵਿਸ਼ਾ ਹੈ।
ਇਹ ਨਹੀਂ ਵੀ ਆਪਣੀ ਜ਼ਬਾਨ ਤੋਂ ਕੱਲਾ ਵਾਹਿਗੁਰੂ ਵਾਹਿਗੁਰੂ ਕਹਿ ਦਿੱਤਾ ਤੇ ਬਸ ਗੱਲ ਖਤਮ। ਨਹੀਂ, ਜ਼ਬਾਨ ਤੋਂ ਵਾਹਿਗੁਰੂ ਵਾਹਿਗੁਰੂ ਬੋਲਣਾ ਹੈ ਔਰ ਆਪਣੇ ਕੰਨਾਂ ਤੋਂ ਸੁਣਨਾ ਵੀ ਹੈ। ਸੁਣਨ ਵਾਲੀਆਂ ਪੌੜੀਆਂ ਤੋਂ ਬਾਅਦ ਅੱਜ ਗੁਰੂ ਨਾਨਕ ਸਾਹਿਬ ਜੀ ਇਹ ਸਾਨੂੰ ਸਮਝਾਉਂਦੇ ਪਏ ਨੇ ਭਾਈ, ਜਿੱਥੇ ਉਸ ਵਾਹਿਗੁਰੂ ਜੀ ਨੂੰ ਅਸੀਂ ਗਾਉਣਾ ਹੈ, ਜਿੱਥੇ ਉਸ ਵਾਹਿਗੁਰੂ ਜੀ ਨੂੰ ਸੁਣਨਾ ਹੈ, ਉੱਥੇ ਗਾਉਣ ਤੇ ਸੁਣਨ ਦੇ ਨਾਲ ਜੋ ਅਸੀਂ ਗਾਇਆ ਹੈ, ਜੋ ਅਸੀਂ ਸੁਣਿਆ ਹੈ, ਉਹਨੂੰ ਮੰਨਣਾ ਵੀ ਹੈ। ਇਹ ਨਹੀਂ ਵੀ ਇਕੱਲਾ ਗਾ ਲਿਆ, ਇਕੱਲਾ ਸੁਣ ਲਿਆ। ਕਿਉਂਕਿ ਜੇ ਇਕੱਲੇ ਗਾਉਣ ਦੀ ਗੱਲ ਆਈ ਤੇ ਮਹਾਰਾਜ ਕਹਿੰਦੇ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾ ਰੋਏ ਕਿਆ ਕੀਜੈ। ਤੂੰ ਗਾ ਤਾਂ ਲਿਆ ਹੈ, ਪਰ ਜੋ ਗਾਇਆ ਉਹਨੂੰ ਮੰਨਿਆ ਹੀ ਨਹੀਂ ਤੇ ਤੇਰਾ ਬਾਹਰੋਂ ਗਾਉਣਾ ਕਿਸ ਅਰਥ ਹੈ, ਤੇਰਾ ਬਾਹਰੋਂ ਰੋਣਾ ਕਿਸ ਅਰਥ ਹੈ? ਕਿਸੇ ਅਰਥ ਨਹੀਂ ਹੈ। ਤੇ ਜੇ ਤੂੰ ਕੇਵਲ ਸੁਣ ਲਿਆ ਹੈ, ਜੋ ਸੁਣਿਆ ਉਹਨੂੰ ਮੰਨਦਾ ਹੀ ਨਹੀਂ ਪਿਆ, ਫਿਰ ਉਹ ਕਿਵੇਂ ਥਾਂ ਪਵੇਗਾ? ਇਕੱਲਾ ਮੈਂ ਨਹੀਂ ਕਹਿ ਰਿਹਾ, ਗੁਰਬਾਣੀ ਦਾ ਇੱਕ ਬਚਨ ਆਉਂਦਾ ਹੈ, ਮਹਾਰਾਜ ਕਹਿੰਦੇ ਸੇਵਕ ਸਿੱਖ ਪੂਜਨ ਸਭ ਆਵਹਿ, ਸਭ ਗਾਵਹਿ ਹਰ ਹਰ ਊਤਮ ਬਾਣੀ, ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਮਹਾਰਾਜ ਜੀ ਇਹ ਸਮਝਾਉਂਦੇ ਨੇ ਕਿ ਭਾਈ ਤੁਸੀਂ ਗੁਰੂ ਦੇ ਚਰਨਾਂ ਤੇ ਗਾਉਣ ਆਉਂਦੇ ਹੋ, ਸੁਣਨ ਆਉਂਦੇ ਹੋ, ਪਰ ਇਹ ਯਾਦ ਰੱਖਿਓ ਗਾਉਣਾ ਜ਼ਰੂਰੀ ਹੈ। ਇਹ ਨਹੀਂ ਵੀ ਗਾਉਣਾ ਛੱਡ ਦੇਣਾ, ਸੁਣਨਾ ਛੱਡਣਾ ਨਹੀਂ, ਸੁਣਨਾ ਜ਼ਰੂਰੀ ਹੈ, ਗਾਉਣਾ ਵੀ ਜ਼ਰੂਰੀ ਹੈ, ਸੁਣਨਾ ਵੀ ਜ਼ਰੂਰੀ ਆ। ਪਰ ਇਹ ਧਿਆਨ ਰੱਖਿਓ ਕਿ ਤੁਹਾਡਾ ਗਾਇਆ ਹੋਇਆ, ਤੁਹਾਡਾ ਸੁਣਿਆ ਹੋਇਆ ਤਦੋਂ ਹੀ ਥਾਂ ਪਵੇਗਾ ਜੇ ਤੁਸੀਂ ਉਸ ਗਾਏ ਤੇ ਸੁਣੇ ਹੋਏ ਨੂੰ ਮੰਨ ਵੀ ਲਓਗੇ। ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਤੇਰਾ ਗਾਇਆ ਸੁਣਿਆ ਤਦੋਂ ਹੀ ਥਾਂ ਪਵੇਗਾ, ਤਦੋਂ ਹੀ ਕਬੂਲਿਆ ਜਾਏਗਾ, ਤਦੋਂ ਹੀ ਪ੍ਰਵਾਨ ਹੋਏਗਾ ਜਦੋਂ ਤੂੰ ਉਸ ਗਾਏ ਤੇ ਸੁਣੇ ਹੋਏ ਨੂੰ ਮੰਨ ਵੀ ਲਿਆ ਹੈ। ਫਿਰ ਸੁਣਿਓ ਬਚਨ, ਮਹਾਰਾਜ ਕਹਿੰਦੇ ਸੇਵਕ ਸਿੱਖ ਪੂਜਨ ਸਭ ਆਵਹਿ, ਸਭ ਗਾਵਹਿ ਹਰ ਹਰ ਊਤਮ ਬਾਣੀ, ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਉਸ ਜਿਸ ਵਾਹਿਗੁਰੂ ਜੀ ਨੂੰ ਅਸੀਂ ਗਾਉਂਦੇ ਪਏ ਹਾਂ, ਸੁਣਦੇ ਪਏ ਹਾਂ, ਉਹਦੀ ਫਿਰ ਆਗਿਆ ਨੂੰ, ਉਸ ਸਤਿਗੁਰੂ ਜੀ ਦੀ ਆਗਿਆ ਨੂੰ ਸਤ ਸਤ ਕਰਕੇ ਮੰਨਣਾ ਵੀ ਹੈ। ਅਕਸਰ ਆਪਾਂ ਇੱਕ ਉਦਾਹਰਨ ਲੈਂਦੇ ਹੁੰਦੇ ਹਾਂ, ਅਸੀਂ ਵੈਸੇ ਬਾਹਰੀ ਤੌਰ ਤੇ ਗੁਰੂ ਦਾ ਸਤਿਕਾਰ ਬਹੁਤ ਕਰਦੇ ਹਾਂ। ਵੈਸੇ ਕਈ ਤਾਂ ਇੰਨੇ ਮੂੜ ਮੱਤੀਏ ਨੇ, ਉਹਨਾਂ ਨੂੰ ਬਾਹਰੀ ਤੌਰ ਤੇ ਵੀ ਸਤਿਕਾਰ ਨਹੀਂ ਕਰਨਾ ਹੁੰਦਾ। ਪਰ ਕਈ ਸਿੱਖ ਐਸੇ ਹੈਗੇ ਨੇ ਜਿਹੜੇ ਘੱਟੋ ਘੱਟ ਬਾਹਰੀ ਤੌਰ ਤੇ ਤਾਂ ਸਤਿਕਾਰ ਕਰਦੇ ਨੇ। ਪੋਥੀ ਸਾਹਿਬ ਨੂੰ ਹੱਥ ਲਾਉਣਾ ਚੰਗੀ ਤਰ੍ਹਾਂ ਸਫਾਈ ਦੇ ਨਾਲ ਹੱਥ ਧੋ ਕੇ ਲਾਉਣਗੇ, ਹਜ਼ੂਰੀਆ ਗਲ ਦੇ ਵਿੱਚ ਰੱਖਣਗੇ, ਔਰ ਉਸ ਤੋਂ ਬਾਅਦ ਬੜੇ ਅਦਬ ਦੇ ਨਾਲ ਮੱਥਾ ਟੇਕਣਗੇ, ਰੁਮਾਲਾ ਸਾਹਿਬ ਬੜੇ ਅਦਬ ਦੇ ਨਾਲ ਚੜਾਉਣਗੇ। ਇਸ ਤਰ੍ਹਾਂ ਦੀਆਂ ਸੇਵਾਵਾਂ ਕਰਦੇ ਨੇ। ਪਰ ਇਹ ਯਾਦ ਰੱਖਿਓ, ਬੇਦਬੀ ਇਕੱਲੀ ਬਾਹਰੀ ਤੌਰ ਤੇ ਹੀ ਨਹੀਂ ਹੁੰਦੀ। ਬੇਦਬੀ ਇਕੱਲੀ ਆ ਹੀ ਨਹੀਂ ਵੀ ਅਸੀਂ ਝੂਠੇ ਹੱਥ ਲਾ ਦਿੱਤੇ ਜਾਂ ਗੁਰੂ ਸਾਹਿਬ ਦੇ ਅੰਗਾਂ ਦਾ ਨੁਕਸਾਨ ਕਰ ਦਿੱਤਾ, ਇਸ ਤਰ੍ਹਾਂ ਕਰ ਦਿੱਤਾ, ਇਹ ਹੀ ਕੇਵਲ ਬੇਦਬੀ ਨਹੀਂ ਹੈ। ਬੇਦਬੀ ਕੀ ਹੈ ਵੀ ਭਾਵੇਂ ਅਸੀਂ ਬਾਹਰੀ ਤੌਰ ਤੇ ਸਤਿਕਾਰ ਦੇ ਰਹੇ ਹਾਂ, ਪਰ ਜੋ ਸਾਡੇ ਗੁਰੂ ਸਾਹਿਬ ਕਹਿੰਦੇ ਨੇ ਅਸੀਂ ਕਹੀਏ ਵੀ ਅਸੀਂ ਉਹ ਗੱਲ ਮੰਨਣੀ ਹੀ ਨਹੀਂ। ਕਈ ਜਾਣ ਗੁਰੂ ਸਾਹਿਬ ਕਹਿੰਦੇ ਆ ਤੇ ਫਿਰ ਇਹ ਵੀ ਤਾਂ ਬੇਦਬੀ ਹੋਈ ਨਾ। ਸਾਧ ਸੰਗਤ, ਅਸੀਂ ਬੱਚਿਆਂ ਵਾਲੇ ਹਾਂ। ਸਾਧ ਸੰਗਤ, ਤੁਸੀਂ ਦੇਖੋ, ਮੰਨ ਲਓ ਬਾਹਰੀ ਤੌਰ ਤੇ ਸਾਡਾ ਬੱਚਾ ਸਾਨੂੰ ਪਿਤਾ ਜੀ ਕਹਿ ਕੇ ਸਤਿਕਾਰ ਦਈ ਜਾਵੇ, ਬਾਹਰੀ ਤੌਰ ਤੇ ਬੋਲੀ ਜਾਵੇ ਪਿਤਾ ਜੀ ਬਾਪੂ ਜੀ ਤੁਸੀਂ ਬੜੇ ਚੰਗੇ ਹੋ, ਤੁਸੀਂ ਬੜੇ ਗੁਣਵਾਨ ਹੋ, ਤੁਸੀਂ ਬੜੇ ਦਿਆਲੂ ਹੋ, ਐਵੇਂ ਦੇ ਬਾਹਰੀ ਸ਼ਬਦ ਵਰਤੀ ਜਾਵੇ ਤੇ ਪਿਤਾ ਕਵੇ ਪੁੱਤ ਚੰਗੀ ਗੱਲ ਆ ਵੀ ਜੇ ਤੂੰ ਮੇਰੀ ਤਾਰੀਫ ਕਰਦਾ, ਇੱਕ ਕੰਮ ਕਰ, ਆ ਮੈਨੂੰ ਪਾਣੀ ਦਾ ਗਲਾਸ ਲਿਆ ਕੇ ਦੇ। ਤੇ ਪੁੱਤ ਕਵੇ ਵੀ ਪਿਤਾ ਜੀ ਮੈਂ ਤੁਹਾਨੂੰ ਜੀ ਲਾ ਕੇ ਤਾਂ ਬੁਲਾ ਲਵਾਂਗਾ, ਤੁਹਾਨੂੰ ਬਾਹਰੀ ਤੌਰ ਤੇ ਤਾਂ ਅਦਬ ਦੇ ਦੇਵਾਂਗਾ, ਪਰ ਮੈਂ ਤੁਹਾਡੀ ਗੱਲ ਮੰਨਣੀ ਨਹੀਂ, ਮੈਂ ਪਾਣੀ ਨਹੀਂ ਲਿਆ ਕੇ ਦੇ ਸਕਦਾ ਤੁਹਾਨੂੰ। ਪਿਤਾ ਕਵੇ ਵੀ ਪੁੱਤ ਜਾਂ ਆਟਾ ਲੈ ਆ ਚੱਕੀ ਤੋਂ, ਜਾਂ ਆ ਫਲਾਣਾ ਕੰਮ ਕਰਦੇ, ਤੇ ਪੁੱਤ ਕਵੇ ਪਿਤਾ ਜੀ ਮੈਂ ਉਂਝ ਤੁਹਾਨੂੰ ਜੀ ਕਹਿ ਦੇਵਾਂਗਾ, ਤੁਹਾਡੀ ਤਾਰੀਫ ਕਰ ਦੇਵਾਂਗਾ, ਪਰ ਜੋ ਤੁਸੀਂ ਕਹਿੰਦੇ ਹੋ ਮੰਨਣਾ ਕੋਈ ਨਹੀਂ, ਉਹ ਮੇਰੇ ਤੋਂ ਮੰਨਿਆ ਨਹੀਂ ਜਾਣਾ। ਤੇ ਦੱਸੋ ਕਿਹੜਾ ਪਿਤਾ ਹੈ ਜਿਹੜਾ ਬਸ ਪੁੱਤਰ ਦੇ ਜੀ ਕਹਿਣ ਦੇ ਨਾਲ ਹੀ ਖੁਸ਼ ਹੋ ਜਾਵੇਗਾ? ਪਿਤਾ ਇਹ ਵੀ ਚਾਹੁੰਦਾ ਵੀ ਪੁੱਤ ਮੇਰੀ ਗੱਲ ਵੀ ਮੰਨੇ। ਹੁਣ ਪੁੱਤ ਉਂਝ ਕੋਈ ਗੱਲ ਨਹੀਂ ਮੰਨਦਾ ਤੇ ਕੇਵਲ ਜੀ ਕਹੀ ਜਾਵੇ, ਬਾਹਰੀ ਤੌਰ ਤੇ ਇਕੱਲਾ ਅਦਬ ਕਰੀ ਜਾਵੇ, ਐਸੇ ਪਿਤਾ ਨੂੰ ਉਹ ਪੁੱਤਰ ਤਾਂ ਨਹੀਂ ਨਾ ਪਾਉਣਗੇ ਨਾ, ਉਹਨਾਂ ਤੇ ਖੁਸ਼ੀ ਤਾਂ ਨਹੀਂ ਨਾ ਹੋਵੇਗੀ।
ਇਸੇ ਤਰ੍ਹਾਂ ਅਸੀਂ ਬਾਹਰੀ ਤੌਰ 'ਤੇ ਗੁਰੂ ਸਾਹਿਬ ਜੀ, ਵਾਹਿਗੁਰੂ ਜੀ ਕਹਿੰਦੇ ਆ, ਰੁਮਾਲੇ ਚੜਾਉਂਦੇ ਆ, ਮੱਥਾ ਟੇਕਦੇ ਆ, ਇਹ ਬਾਹਰਲੇ ਅਦਬ ਕਰਦੇ ਆ। ਔਰ ਇਹ ਅਦਬ ਕਰਨਾ ਜ਼ਰੂਰੀ ਆ। ਮੈਂ ਇਹ ਨਹੀਂ ਕਹਿੰਦਾ ਵੀ ਇਹ ਕਰਨਾ ਨਹੀਂ, ਮੈਂ ਇਹ ਨਹੀਂ ਕਹਿੰਦਾ ਵੀ ਪਿਤਾ ਨੂੰ ਜੀ ਕਰਕੇ ਨਹੀਂ ਬੁਲਾਉਣਾ, ਜੀ ਕਰਕੇ ਬੁਲਾਉਣਾ ਹੈ। ਪਰ ਜੇ ਪਿਤਾ ਦੀ ਗੱਲ ਨਹੀਂ ਮੰਨੀ ਤੇ ਫਿਰ ਉਹ ਜੀ ਕਿਹਾ ਵੀ ਤਾਂ ਕਪਟੀ ਹੋਇਆ ਨਾ, ਪਖੰਡੀ ਹੋਇਆ ਨਾ। ਇਸੇ ਤਰ੍ਹਾਂ ਮੱਥਾ ਟੇਕਣਾ ਵੀ ਜ਼ਰੂਰੀ ਆ। ਹੋਰ ਜਿੰਨਾ ਵੀ ਅਦਬ ਕਰਦੇ ਆ ਬਾਹਰੀ ਤੌਰ 'ਤੇ ਸਾਰਾ ਕਰਨਾ ਜ਼ਰੂਰੀ ਆ। ਪਰ ਜੋ ਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਗੱਲ ਅੰਦਰੋਂ ਮੰਨਦੇ ਹੀ ਨਹੀਂ ਤੇ ਫਿਰ ਇਹ ਬਾਹਰੀ ਤੌਰ 'ਤੇ ਕੀਤਾ, ਫਿਰ ਕਪਟ ਨਹੀਂ ਹੋਇਆ, ਪਖੰਡ ਨਹੀਂ ਹੋਇਆ ਤੇ ਫਿਰ ਕੀ ਹੋਇਆ? ਮਹਾਰਾਜ ਕਹਿੰਦੇ ਜੋ ਕਿਹਾ ਉਹਨੂੰ ਮੰਨ ਵੀ, ਉਹ ਅਸਲੀ ਅਦਬ ਹੈ। ਬਾਹਰੀ ਤੌਰ 'ਤੇ ਵੀ ਅਦਬ ਕਰ, ਪਰ ਉਹਦੇ ਤੋਂ ਵੀ ਵੱਡਾ ਅਦਬ ਹੈ ਕਿ ਜੋ ਗੁਰੂ ਸਾਹਿਬ ਜੀ ਕਹਿੰਦੇ ਨੇ ਉਹਨੂੰ ਮੰਨ ਲੈ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਨੋ, ਗੁਰ ਸਿੱਖੋ ਹਰ ਕਰਤਾ ਆਪ ਬੂਹੋਂ ਕਢਾਏ। ਮਹਾਰਾਜ ਕਹਿੰਦੇ ਜੋ ਸਤਿਗੁਰੂ ਦੀ ਬਾਣੀ ਕਹਿੰਦੀ ਆ ਨਾ, ਉਹਨੂੰ ਸਤ ਸਤ ਕਰਕੇ ਮੰਨ ਵੀ ਲੈ। ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲੇ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੇ ਆਪਨ ਪਾਲੀ। ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ। ਹਰ ਹਰ ਕਥਾ ਨਿਰਾਲੀ। ਔਰ ਇੱਥੇ ਸ਼ਬਦ ਵਰਤਿਆ ਭਲ ਮਾਨੋ, ਆ ਸ਼ਬਦ ਤੇ ਧਿਆਨ ਦਿਓ ਜੀ। ਜੋ ਗੁਰੂ ਕਹੈ ਸੋਈ ਭਲ ਮਾਨੋ, ਜੋ ਗੁਰੂ ਕਹਿੰਦਾ ਹੈ ਉਹਨੂੰ ਭਲਾ ਕਰਕੇ ਮੰਨ ਲੈ, ਮਜਬੂਰੀ 'ਚ ਨਹੀਂ। ਇਹ ਨਹੀਂ ਵੀ ਮੰਨੀ ਜਾ ਰਿਹਾ ਪਰ ਅੰਦਰੋਂ ਬੜਾ ਕਲਪਿਆ ਹੋਇਆ ਤੂੰ, ਨਹੀਂ। ਜੋ ਗੁਰੂ ਸਾਹਿਬ ਜੀ ਕਹਿੰਦੇ ਉਹਨੂੰ ਭਲਾ ਕਰਕੇ ਮੰਨ ਲੈ, ਖੁਸ਼ੀ ਖੁਸ਼ੀ ਮੰਨ ਲੈ। ਜੋ ਗੁਰੂ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਇਹ ਸਮਝਾਉਂਦੇ ਨੇ, ਕਹਿੰਦੇ ਪੁੱਛਿਆ ਗੁਰੂ ਸਾਹਿਬ ਨੂੰ ਕਿ ਸਤਿਗੁਰੂ ਜੀ ਮੈਂ ਬੜਾ ਦੂਰੋਂ ਚੱਲ ਕੇ ਭਟਕਦਾ ਤੇਰੇ ਦਰ 'ਤੇ ਆਇਆ ਹੈ ਅਤੇ ਕਿਰਪਾ ਕਰਕੇ ਮੇਰਾ ਦੁੱਖ ਦੂਰ ਕਰ ਦੇ। ਹੋਂ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸਰਨਾਏ ਜੀਓ। ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਓ। ਮੇਰਾ ਸਤਿਗੁਰੂ ਮੈਂ ਤੇਰੀ ਆਸ ਰੱਖੀ ਆ ਆਪਣੇ ਚਿੱਤ ਵਿੱਚ, ਅਤੇ ਕਿਰਪਾ ਕਰਕੇ ਮੇਰਾ ਸਾਰਾ ਦੁੱਖ ਮਿਟਾ ਦੇ। ਅਤੇ ਅੱਗੋਂ ਗੁਰਬਾਣੀ ਜਵਾਬ ਦਿੰਦੀ ਆ। ਮਹਾਰਾਜ ਕਹਿੰਦੇ ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹਿ ਸੋ ਕਾਰ ਕਮਾਏ ਜੀਓ। ਤਿਆਗੇ ਮਨ ਕੀ ਮਤੜੀ, ਵਿਸਾਰੇ ਦੂਜਾ ਭਾਓ ਜੀਓ। ਇਉਂ ਪਾਵੇਂ ਹਰ ਦਰਸਾਵੜਾ, ਨਹਿ ਲੱਗੇ ਤੱਤੀ ਵਾਓ ਜੀਓ। ਮਹਾਰਾਜ ਕਹਿੰਦੇ ਜੋ ਇਸ ਰਸਤੇ 'ਤੇ ਚੱਲ ਕਿ ਜੋ ਗੁਰੂ ਕਹਿੰਦਾ ਹੈ ਉਹਨੂੰ ਮੰਨ ਲੈ ਅਤੇ ਆਪਣੀ ਮੱਤ ਛੱਡ ਦੇ। ਹੁਣ ਤੁਸੀਂ ਦੇਖੋ ਅਸੀਂ ਮੱਥਾ ਟੇਕਦੇ ਹਾਂ ਗੁਰੂ ਸਾਹਿਬ ਜੀ ਨੂੰ। ਅਸੀਂ ਜਦੋਂ ਵੀ ਗੁਰਦੁਆਰਾ ਸਾਹਿਬ ਆਉਂਦੇ ਹਾਂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦੇਖਦੇ ਹਾਂ, ਅਸੀਂ ਮੱਥਾ ਟੇਕਦੇ ਹਾਂ, ਅਸੀਂ ਪਰਿਕਰਮਾ ਕਰਦੇ ਹਾਂ। ਇਹਦਾ ਵੀ ਇੱਕ ਭਾਵ ਹੈ ਸਾਧ ਸੰਗਤ। ਮੱਥਾ ਟੇਕਣ ਦਾ ਅਰਥ ਕੇਵਲ ਬਾਹਰੀ ਕਰਮ ਨਹੀਂ ਆ ਸਾਧ ਸੰਗਤ। ਮੱਥਾ ਟੇਕਣ ਦਾ ਅਰਥ ਹੈ ਕਿ ਮੇਰੇ ਸਤਿਗੁਰੂ ਜੀ ਆਲੋ ਮੈਂ ਤੁਹਾਡੇ ਚਰਨਾਂ 'ਤੇ ਮੱਥਾ ਟੇਕਤਾ ਹੈ। ਜੋ ਮੇਰੀ ਮੱਤ ਹੈ, ਮੇਰੀ ਸਮਝ ਹੈ, ਉਹ ਮੈਂ ਤੁਹਾਡੇ ਚਰਨਾਂ 'ਤੇ ਸੌਂਪ ਦਿੱਤੀ ਹੈ। ਔਰ ਹੁਣ ਤੋਂ ਬਾਅਦ ਮੈਂ ਜੋ ਵੀ ਕਰਾਂਗਾ ਉਹੀ ਕਰਾਂਗਾ ਜੋ ਤੁਸੀਂ ਕਹਿੰਦੇ ਹੋ, ਹੋਰ ਕੁਝ ਨਹੀਂ ਕਰਾਂਗਾ। ਮਤਲਬ ਤੁਹਾਡੀ ਸਿੱਖਿਆ ਦੇ ਮੁਤਾਬਕ ਹੀ ਮੇਰਾ ਜੀਵਨ ਹੋਏਗਾ। ਪਰਿਕਰਮਾ ਕਰਦੇ ਹਾਂ। ਪਰਿਕਰਮਾ ਕਰਨਾ ਕੀ ਆ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਆਲੇ ਦੁਆਲੇ ਇਸ ਤਰ੍ਹਾਂ ਪਰਿਕਰਮਾ ਕਰਦੇ ਹਾਂ। ਹੁਣ ਪਰਿਕਰਮਾ ਦਾ ਅਰਥ ਇਹ ਹੋਇਆ, ਇਹਦਾ ਭਾਵ ਅਰਥ ਇਹ ਹੈ ਕਿ ਸਤਿਗੁਰੂ ਜੀ ਜਿਵੇਂ ਮੈਂ ਦੇਖੋ ਸਰੀਰਕ ਤੌਰ 'ਤੇ ਤੁਹਾਡੇ ਆਲੇ ਦੁਆਲੇ ਪਰਿਕਰਮਾ ਕਰ ਰਿਹਾ, ਇਸੇ ਤਰ੍ਹਾਂ ਤੁਸੀਂ ਰਹਿਮਤ ਕਰਿਓ ਮੇਰਾ ਸਾਰਾ ਜੀਵਨ ਤੁਹਾਡੇ ਬਚਨਾਂ ਦੇ ਮੁਤਾਬਕ, ਤੁਹਾਡੀ ਸਿੱਖਿਆ ਦੇ ਮੁਤਾਬਕ ਹੋਵੇਗਾ। ਤੁਹਾਡੇ ਤੋਂ ਬਾਹਰ ਮੈਂ ਨਹੀਂ ਜਾਵਾਂਗਾ। ਇਹ ਅਰਥ ਨੇ ਇਹਨਾਂ ਕਰਮਾਂ ਦੇ। ਇਹਨਾਂ ਨੂੰ ਕਰਮ ਕਾਂਡ ਨਹੀਂ ਬਣਾਉਣਾ। ਅਸੀਂ ਕੇਵਲ ਬਾਹਰੀ ਤੌਰ 'ਤੇ ਕਰਮ ਕਰ ਰਹੇ ਹਾਂ ਪਰ ਭਾਵ ਅਰਥ ਰੂਪ ਦੇ ਵਿੱਚ ਉਹਨੂੰ ਜੀਵਨ 'ਤੇ ਅਮਲ ਨਹੀਂ ਕਰ ਰਹੇ। ਮੱਥਾ ਜੇ ਟੇਕਿਆ ਹੈ, ਕਈ ਵਾਰੀ ਵਿਦਵਾਨ ਸਮਝਾਉਂਦੇ ਹੁੰਦੇ ਨਾ, ਮੈਨੂੰ ਯਾਦ ਅੱਜ ਤੋਂ 5-7 ਸਾਲ ਪੁਰਾਣੇ ਮੈਂ ਇੱਕ ਕਥਾ ਉਦੋਂ ਸੁਣ ਰਿਹਾ ਸੀ ਕਿਸੇ ਵਿਦਵਾਨ ਦੀ। ਉਹਨਾਂ ਨੇ ਇੱਕ ਬੜੀ ਸੋਹਣੀ ਉਦਾਹਰਨ ਦਿੱਤੀ। ਕਹਿੰਦੇ ਮੰਨ ਲਓ ਅਸੀਂ ਮੱਥਾ ਟੇਕਣ ਆਏ ਹਾਂ ਅਤੇ ਗੋਲਕ ਦੇ ਵਿੱਚ ਅਸੀਂ ਮੰਨ ਲਓ 10 ਰੁਪਏ 20 ਰੁਪਏ 100 ਰੁਪਈਆ ਮੱਥਾ ਟੇਕ ਦਿੱਤਾ। ਹੁਣ ਮੱਥਾ ਟੇਕਣ ਤੋਂ ਬਾਅਦ 10 ਰੁਪਈਏ ਸਤਿਗੁਰਾਂ ਦੇ ਚਰਨਾਂ 'ਤੇ ਰੱਖਣ ਤੋਂ ਬਾਅਦ ਜਦੋਂ ਅਸੀਂ ਪਰਿਕਰਮਾ ਕਰਕੇ ਵਾਪਸ ਜਾਣ ਲੱਗੀਏ ਅਤੇ ਉਹੀ 100 ਰੁਪਈਆ ਉਹੀ 10 ਰੁਪਈਏ ਚੁੱਕ ਕੇ ਵਾਪਸ ਆਪਣੀ ਜੇਬ 'ਚ ਪਾ ਲਈਏ ਅਤੇ ਸਾਰੀ ਸੰਗਤ ਪੈ ਜੂਗੀ ਨਾ ਪਿੱਛੇ ਵੀ ਤੂੰ ਗੁਰੂ ਦੀ ਗੋਲਕ 'ਚੋਂ ਚੋਰੀ ਕਰਦਾ ਪਿਆ। ਅਤੇ ਅੱਗੋਂ ਬੰਦਾ ਕਵੇ ਵੀ ਮੈਂ ਚੋਰੀ ਨਹੀਂ ਕੀਤੀ, ਮੈਂ ਆਪਦੇ ਹੀ 10 ਰੁਪਏ ਰੱਖੇ ਸੀ ਉਹੀ ਚੱਕੇ ਆ, ਮੈਂ ਕਿਹੜਾ ਕੋਈ ਹੋਰ ਚੱਕੇ, ਮੈਂ 10 ਰੁਪਏ ਰੱਖੇ ਸੀ ਉਹੀ 10 ਰੁਪਏ ਚੱਕ ਲਏ ਮੈਂ। ਅਤੇ ਸੰਗਤ ਇਹ ਕਹੇਗੀ ਵੀ ਨਹੀਂ ਭਾਈ 10 ਰੁਪਏ ਤੇਰੇ ਪਹਿਲਾਂ ਹੋਣਗੇ
ਪਰ ਗੁਰੂ ਦੇ ਚਰਨਾਂ ਤੇ ਰੱਖਣ ਤੋਂ ਬਾਅਦ ਇਹ ਗੁਰੂ ਦੇ ਹੋ ਗਏ। ਗੁਰੂ ਦੇ ਚਰਨਾਂ ਤੇ ਰੱਖ ਕੇ ਦੁਬਾਰਾ ਚੁੱਕਣ ਵਾਲਾ ਚੋਰ ਹੁੰਦਾ ਹੈ। ਤੇ ਇੱਥੋਂ ਇਹ ਵੀ ਗੱਲ ਸਮਝ ਲੈਣੀ ਚਾਹੀਦੀ ਆ, ਜੇ ਇੱਕ ਵਾਰੀ 10 ਰੁਪਏ ਗੁਰੂ ਦੇ ਚਰਨਾਂ ਤੇ ਰੱਖ ਦਿੱਤੇ, ਦੁਬਾਰਾ ਚੁੱਕਣ ਵਾਲਾ ਚੋਰ ਹੁੰਦਾ ਹੈ। ਇਸੇ ਪ੍ਰਕਾਰ ਜਿਹਨੇ ਇੱਕ ਵਾਰੀ ਮੱਤ ਗੁਰੂ ਦੇ ਚਰਨਾਂ ਤੇ ਰੱਖ ਦਿੱਤੀ ਤੇ ਦੁਬਾਰਾ ਚੱਕ ਕੇ ਬਾਹਰ ਜਾ ਕੇ ਆਪਣੀਆਂ ਮਰਜ਼ੀਆਂ ਕਰੇ, ਫਿਰ ਉਹ ਵੀ ਚੋਰ ਨਾ ਹੋਇਆ ਤੇ ਫਿਰ ਕੀ ਹੋਇਆ? ਉਹ ਵੀ ਤਾਂ ਚੋਰ ਹੀ ਹੋਇਆ ਨਾ। ਇਸ ਕਰਕੇ ਅਸੀਂ ਗੁਰੂ ਦੇ ਚੋਰ ਨਹੀਂ ਬਣਨਾ, ਇਸ ਮਾਰਗ ਤੇ ਚੱਲੀਏ। ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹਿ ਸੋ ਕਾਰ ਕਮਾਏ ਜੀਓ। ਤਿਆਗੇ ਮਨ ਕੀ ਮਤੜੀ, ਵੇ ਸਾਰਿਆਂ ਦੂਜਾ ਭਾਓ ਜੀਓ। ਇਉਂ ਭਾਵੇਂ ਹਰ ਦਰਸਾਵੜਾ, ਨਹਿ ਲੱਗੇ ਤਾਤੀ ਵਾਓ ਜੀਓ। ਮਹਾਰਾਜ ਕਹਿੰਦੇ ਤੈਨੂੰ ਤੱਤੀ ਵਾਹ ਵੀ ਨਹੀਂ ਲੱਗੇਗੀ ਜੇ ਤੂੰ ਗੁਰੂ ਦੇ ਬਚਨਾਂ ਨੂੰ ਮੰਨ ਲਵੇਂਗਾ। ਔਰ ਇਹ ਧਿਆਨ ਦਿਓ, ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੇ। ਸਾਡਾ ਗਾਇਆ ਹੋਇਆ ਸੁਣਿਆ ਹੋਇਆ ਪ੍ਰਵਾਨ ਹੋ ਜਾਵੇਗਾ ਜੇ ਅਸੀਂ ਗੁਰੂ ਦੀ ਮੰਨ ਵੀ ਲਵਾਂਗੇ। ਆ ਤੁਸੀਂ ਦੇਖੋ, ਅਸੀਂ ਰੋਟੀ ਖਾਂਦੇ ਹਾਂ, ਮੰਨ ਲਓ ਕੋਈ ਭੋਜਨ ਲੈ ਕੇ ਆ ਗਿਆ, ਮੈਨੂੰ ਭੁੱਖ ਲੱਗੀ ਹੈ, ਭੋਜਨ ਲੈ ਕੇ ਕੋਈ ਆਇਆ ਹੈ ਤੇ ਮੈਂ ਕੇਵਲ ਭੋਜਨ ਨੂੰ ਸੁੰਘੀ ਜਾਵਾਂ ਤੇ ਕਵਾਂ ਮੇਰੀ ਭੁੱਖ ਦੂਰ ਹੋ ਜਾਵੇਗੀ, ਇਸ ਤਰ੍ਹਾਂ ਤਾਂ ਨਹੀਂ ਨਾ ਹੋ ਸਕਦਾ। ਮੇਰੇ ਸਰੀਰ ਨੂੰ ਤਾਕਤ ਚਾਹੀਦੀ, ਐਨਰਜੀ ਚਾਹੀਦੀ ਆ। ਕੇਵਲ ਰੋਟੀ ਸੁੰਘੀ ਜਾਵਾਂ, ਇੰਜ ਤਾਂ ਮੈਨੂੰ ਤਾਕਤ ਨਹੀਂ ਨਾ ਮਿਲ ਜਾਣੀ, ਇੰਜ ਤਾਂ ਉਹਨੇ ਖੂਨ ਨਹੀਂ ਨਾ ਬਣ ਜਾਣਾ। ਚਲੋ ਮੈਂ ਸੁੰਘਣ ਦੇ ਨਾਲ ਉਹਨੂੰ ਦੇਖ ਵੀ ਲਿਆ, ਪਰ ਕੇਵਲ ਰੋਟੀ ਨੂੰ ਦੇਖਣ ਦੇ ਨਾਲ ਹੀ ਤਾਂ ਉਸ ਰੋਟੀ ਨੇ ਖੂਨ ਨਹੀਂ ਨਾ ਬਣ ਜਾਣਾ, ਮੇਰੇ ਅੰਦਰ ਤਾਕਤ ਤਾਂ ਨਹੀਂ ਨਾ ਬਣ ਜਾਣਾ, ਮੇਰੀ ਭੁੱਖ ਤਾਂ ਨਹੀਂ ਨਾ ਮਿਟ ਜਾਣੀ। ਫਿਰ ਮੈਂ ਉਹ ਬੁਰਕੀ ਤੋੜ ਕੇ ਮੂੰਹ 'ਚ ਵੀ ਪਾ ਲਈ ਹੈ, ਪਰ ਗਲੇ 'ਚ ਲੰਘਾਈ ਨਹੀਂ, ਤੇ ਮੂੰਹ ਦੇ ਵਿੱਚ ਹੀ ਜੇ ਮੈਂ ਚੱਬੀ ਜਾਵਾਂ, ਇੰਜ ਵੀ ਮੇਰੀ ਭੁੱਖ ਨਹੀਂ ਮਿਟਣੀ, ਇੰਜ ਵੀ ਉਹਨੇ ਐਨਰਜੀ ਨਹੀਂ ਬਣਨਾ। ਉਹ ਰੋਟੀ ਐਨਰਜੀ ਕਦੋਂ ਬਣੇਗੀ, ਉਹ ਰੋਟੀ ਭੁੱਖ ਕਦੋਂ ਮਿਟਾਏਗੀ? ਜਦੋਂ ਉਹ ਬੁਰਕੀ ਤੋੜ ਕੇ ਕੇਵਲ ਮੂੰਹ 'ਚ ਹੀ ਨਹੀਂ ਪਾਈ, ਸਗੋਂ ਗਲੇ ਤੋਂ ਗਾਂਹ ਵੀ ਲੈ ਕੇ ਆਏ, ਔਰ ਉਹ ਰੋਟੀ ਪਚ ਵੀ ਗਈ ਹੈ। ਫਿਰ ਉਹ ਰੋਟੀ ਖੂਨ ਬਣੇਗੀ, ਫਿਰ ਉਹ ਰੋਟੀ ਤਾਕਤ ਬਣੇਗੀ, ਔਰ ਫਿਰ ਉਹ ਰੋਟੀ ਮੇਰੀ ਭੁੱਖ ਮਿਟਾਵੇਗੀ। ਇਸੇ ਤਰ੍ਹਾਂ ਅਸੀਂ ਗੁਰਬਾਣੀ ਜਿੱਥੇ ਗਾਉਂਦੇ ਹਾਂ, ਜਿੱਥੇ ਸੁਣਦੇ ਹਾਂ, ਉੱਥੇ ਜੇ ਮੰਨ ਵੀ ਲਵਾਂਗੇ ਉਹ ਗੁਰਬਾਣੀ, ਫਿਰ ਸਾਡੇ ਜੀਵਨ ਦਾ ਗੁਣ ਬਣੇਗੀ, ਉਹ ਫਿਰ ਸਾਡਾ ਕਿਰਦਾਰ ਬਣੇਗੀ, ਉਹ ਸਾਡੀ ਸ਼ਖਸੀਅਤ, ਉੱਚੀ ਸ਼ਖਸੀਅਤ, ਪਾਕ ਸਾਫ ਸ਼ਖਸੀਅਤ ਬਣੇਗੀ, ਔਰ ਅਸੀਂ ਵਾਹਿਗੁਰੂ ਜੀ ਦੇ ਵਿੱਚ ਅਭੇਦ ਹੋ ਜਾਵਾਂਗੇ। ਇਸ ਕਰਕੇ ਜੋ ਅਸੀਂ ਗਾਉਂਦੇ ਹਾਂ, ਜੋ ਅਸੀਂ ਸੁਣਦੇ ਹਾਂ, ਕਿਉਂਕਿ ਇਹ ਵੀ ਆਪਾਂ ਵਿਚਾਰ ਚੁੱਕੇ ਆ, ਕਿਉਂਕਿ ਕਈਆਂ ਦਾ ਇਹ ਸੁਭਾਅ ਹੁੰਦਾ ਹੈ ਜੀ ਵੀ ਲੈ ਜੀ ਮੰਨਿਆ ਹੀ ਨਹੀਂ ਤੇ ਫਿਰ ਗਾਉਣ ਦਾ ਕੀ ਫਾਇਦਾ ਜੀ, ਸੁਣਨ ਦਾ ਕੀ ਫਾਇਦਾ। ਦੇਖੋ ਇਸੇ ਕਰਕੇ ਮਹਾਰਾਜ ਨੇ ਗਾਉਣ ਦੀ ਗੱਲ ਪਹਿਲਾਂ ਕਰ ਦਿੱਤੀ ਆ, ਵੀ ਇਹ ਨਹੀਂ ਵੀ ਗਾਉਣਾ ਨਹੀਂ, ਗਾਉਣਾ ਹੈ। ਹੁਣ ਮੰਨ ਲਓ ਰੋਟੀ ਮੂੰਹ 'ਚ ਪਾਵਾਂਗੇ ਹੀ ਨਹੀਂ ਤੇ ਸੰਗ ਤੋਂ ਗਾਂਹ ਲੰਘਾਉਣ ਦੀ ਗੱਲ ਕਿਵੇਂ ਕਰਾਂਗੇ? ਇਸੇ ਤਰ੍ਹਾਂ ਜੇ ਗਾਵਾਂਗੇ ਹੀ ਨਹੀਂ, ਸੁਣਾਂਗੇ ਹੀ ਨਹੀਂ ਤੇ ਮੰਨਣ ਦੀ ਗੱਲ ਵੀ ਕਿਵੇਂ ਕਰਾਂਗੇ ਨਾ। ਫਿਰ ਪਹਿਲਾਂ ਗਾਉਣਾ ਹੈ, ਪਹਿਲਾਂ ਸੁਣਨਾ ਹੈ, ਔਰ ਫਿਰ ਮੰਨਣ ਦਾ ਵਿਸ਼ਾ ਆਉਂਦਾ ਹੈ। ਪਰ ਮਹਾਰਾਜ ਨੇ ਇਹ ਜ਼ਰੂਰ ਸੁਚੇਤ ਕੀਤਾ ਵੀ ਤੂੰ ਗਾਵਿਆ ਤੇ ਸੁਣਿਆ ਹੋਇਆ ਥਾਂ ਪਾਉਣਾ ਹੈ ਤਾਂ ਮੰਨ ਵੀ, ਪਰ ਇਹਦਾ ਇਹ ਮਤਲਬ ਨਹੀਂ ਵੀ ਤੂੰ ਗਾਉਣਾ ਛੱਡ ਦੇ, ਸੁਣਨਾ ਛੱਡ ਦੇ। ਤੂੰ ਗਾਉਣਾ ਜ਼ਰੂਰੀ ਹੈ, ਸੁਣਨਾ ਜ਼ਰੂਰੀ ਹੈ, ਪਰ ਗਾ ਕੇ ਸੁਣ ਕੇ ਫਿਰ ਉਹਨੂੰ ਮੰਨਣਾ ਵੀ ਜ਼ਰੂਰੀ ਹੈ। ਸਤਿਗੁਰੂ ਜੀ ਰਹਿਮਤ ਕਰਨ। ਆਸਾ ਦੀ ਵਾਰ ਦੇ ਵਿੱਚ ਸਤਿਗੁਰੂ ਜੀ ਨੇ ਇਹ ਸਾਨੂੰ ਸੁਚੇਤ ਕੀਤਾ ਹੈ। ਮਹਾਰਾਜ ਕਹਿੰਦੇ ਚਾਕਰ ਲੱਗੈ ਚਾਕਰੀ, ਨਾਲੇ ਗਾਰ ਬਵਾਦ। ਹੁਣ ਸੁਚੇਤ ਹੋ ਜਿਓ। ਮਹਾਰਾਜ ਕਹਿੰਦੇ ਭਾਈ ਮੰਨਣਾ ਜ਼ਰੂਰੀ ਆ। ਉਂਝ ਤੂੰ ਆਪਣੇ ਆਪ ਨੂੰ ਸਿੱਖ ਕਹਿਲਾਉਣਾ ਹੈ, ਉਂਝ ਆਪਣੇ ਆਪ ਨੂੰ ਗੁਰੂ ਦਾ ਚਾਕਰ ਕਹਿਲਾਉਣਾ ਹੈ। ਬਾਹਰੀ ਤੌਰ 'ਤੇ ਚਾਕਰ ਕਹਿਲਾਈ ਜਾਵੇਂ ਤੇ ਉਂਝ ਵਾਦ ਵਿਵਾਦ ਕਰੀ ਜਾਵੇਂ ਗੁਰੂ ਨਾਲ। ਜੋ ਗੁਰੂ ਕਹਿੰਦਾ ਉਹ ਮੰਨਣਾ ਹੀ ਨਹੀਂ। ਗੁਰੂ ਕਹਿੰਦਾ ਅੰਮ੍ਰਿਤ ਵੇਲੇ ਉੱਠ ਤੇ ਮੈਂ ਕਹੀ ਜਾਵਾਂ ਵੀ ਲੈ ਇਹਦਾ ਫਾਇਦਾ ਕੀ ਹੈ, ਇਹ ਵਾਦ ਵਿਵਾਦ ਹੀ ਹੋ ਗਿਆ ਨਾ। ਗੁਰੂ ਕਹਿੰਦਾ ਵੀ ਕਦੀ ਠੱਗੀ ਨਹੀਂ ਮਾਰਨੀ ਤੇ ਮੈਂ ਕਹਾਂ ਵੀ ਲਓ ਜੀ ਚੱਲਦਾ ਜੀ ਇਹ ਤਾਂ ਸਾਰਾ ਕੁਛ, ਇਹ ਵਾਦ ਵਿਵਾਦ ਕਰਨਾ ਹੀ। ਉਂਝ ਮੈਂ ਸਿੱਖ ਕਹਿਲਾਵਾਂ ਤੇ ਵਾਦ ਵਿਵਾਦ ਕਰਾਂ ਗੁਰੂ ਦੇ ਨਾਲ, ਇਸ ਤਰ੍ਹਾਂ ਦਾ ਪ੍ਰਵਾਨ ਨਹੀਂ ਨਾ ਹੋਵਾਂਗਾ ਮੈਂ। ਚਾਕਰ ਲੱਗੇ ਚਾਕਰੀ, ਨਾਲੇ ਗਾਰ ਬਵਾਦ, ਗੱਲਾਂ ਕਰੇ ਘਨੇਰੀਆਂ, ਖਸਮ ਨਾ ਪਾਏ ਸਾਧ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ, ਨਾਨਕ ਜਿਸ ਨੂੰ ਲੱਗਾ ਤਿਸ ਮਿਲ ਰਹਿ, ਲੱਗਾ ਸੋ ਪ੍ਰਵਾਨ। ਮਹਾਰਾਜ ਕਹਿੰਦੇ ਆਪਣਾ ਆਪ ਗਵਾ ਦੇ ਗੁਰੂ ਦੇ ਚਰਨਾਂ 'ਤੇ। ਜੋ ਗੁਰੂ ਕਹਿੰਦਾ ਉਹਨੂੰ ਮੰਨ ਲੈ, ਆਪਣੀ ਮੱਤ ਛੱਡ ਦੇ, ਵਾਦ ਵਿਵਾਦ ਨਾ ਕਰ, ਗੁਰੂ ਨਾਲ ਹੁੱਜਤ ਨਾ ਕਰ, ਗੁਰੂ ਨਾਲ ਝਗੜਾ ਨਾ ਕਰ। ਜੋ ਗੁਰੂ ਕਹਿੰਦਾ ਹੈ ਉਹਨੂੰ ਭਲਾ ਕਰਕੇ ਮੰਨ ਲੈ, ਫੇਰ ਹੀ ਤੂੰ ਸੱਚਾ ਸਿੱਖ, ਸੱਚਾ ਚਾਕਰ ਕਹਿਲਾਵੇਂਗਾ। ਚਾਕਰ ਲੱਗੈ ਚਾਕਰੀ, ਜੇ ਚੱਲੈ ਖਸਮੈ ਭਾਏ। ਤੂੰ ਅਸਲੀ ਚਾਕਰ ਤਾਂ ਹੀ ਸਦਾਵੇਂਗਾ ਗੁਰੂ ਦੇ ਦਰ 'ਤੇ ਜੇ ਤੂੰ ਉਹਦੀ ਮਰਜ਼ੀ ਦੇ ਮੁਤਾਬਕ ਚੱਲੇਗਾ, ਉਹਨੂੰ ਮੰਨ ਲਵੇਂਗਾ। ਚਾਕਰ ਲੱਗੈ ਚਾਕਰੀ, ਜੇ ਚੱਲੈ ਖਸਮੈ ਭਾਏ, ਹੁਰਮਤ ਤਿਸ ਨੂੰ ਅਗਲੀ, ਉਹ ਵਜੋਂ ਭੇਦੂ ਨਾ ਖਾਏ। ਹੁਣ ਜਿਹੜਾ ਕੋਈ ਆਪਣੇ ਮਾਲਕ ਦੇ ਚਾਕਰ ਲੱਗਾ ਹੋਵੇ, ਉਹ ਚਾਕਰ ਜੇ ਮਾਲਕ ਦੀ ਹਰ ਗੱਲ ਮੰਨੇ
ਤੇ ਮਾਲਕ ਖੁਸ਼ ਹੋ ਕੇ ਜਿਹੜੀ ਤਨਖਾਹ ਬਣਦੀ ਉਹ ਤਾਂ ਦਿੰਦਾ ਹੀ ਆ, ਨਾਲ ਅਸੀਂ ਕਹਿੰਦੇ ਨੇ ਵੀ ਬੋਨਸ ਦੇਤਾ ਜੀ, ਉਹ ਬੋਨਸ ਵੀ ਦੇ ਦਿੰਦਾ, ਫਿਰ ਉਹ ਖੁਸ਼ ਹੋ ਕੇ ਹੋਰ ਦੁੱਗਣਾ ਦੇ ਦਿੰਦਾ। ਤੇ ਬਾਅਦ ਦੇ ਵਿੱਚ ਜਦੋਂ ਇਨਕਰੀਮੈਂਟ ਲਾਉਂਦਾ ਹੈ, ਤਨਖਾਹ ਦੇ ਪੈਸਿਆਂ ਦੇ ਇਨਕਰੀਮੈਂਟ ਵੀ ਲੱਗਦੇ ਹੁੰਦੇ ਆ ਨਾ, ਤੇ ਉਹ ਮਾਲਕ ਫਿਰ ਚਾਕਰ ਦੀ ਚਾਕਰੀ ਦੇਖ ਕੇ ਹੀ ਲਾਉਂਦਾ ਹੈ ਨਾ। ਕਈ ਵਾਰੀ ਅਸੀਂ ਕੰਪਨੀਆਂ ਦੇ ਵਿੱਚ ਕੰਮ ਕਰਦੇ ਹਾਂ ਤੇ ਕਹਿੰਦੇ ਨੇ ਵੀ ਇਹਨੂੰ ਅਪਰੇਜ਼ਲ ਦਾ ਭਾਵ ਇਹਦੀ ਤਨਖਾਹ ਘੱਟ ਵਧੀ ਆ, ਉਹਦੀ ਜ਼ਿਆਦਾ ਵੱਧ ਗਈ। ਹੁਣ ਜ਼ਿਆਦਾ ਕਿਹਦੀ ਵੱਧ ਗਈ? ਜਿਹੜਾ ਚੰਗੀ ਤਰ੍ਹਾਂ ਚਾਕਰੀ ਕਰਦਾ ਹੈ। ਇਸੇ ਤਰ੍ਹਾਂ ਤੁਸੀਂ ਦੇਖੋ, ਜੇ ਅਸੀਂ ਗੁਰੂ ਦੀ ਚੰਗੀ ਤਰ੍ਹਾਂ ਚਾਕਰੀ ਕਰਾਂਗੇ, ਹਰ ਗੱਲ ਨੂੰ ਮੰਨਾਂਗੇ, ਫਿਰ ਗੁਰੂ ਸਾਡੇ ਤੇ ਰਹਿਮਤਾਂ ਕਿਉਂ ਨਾ ਕਰੇਗਾ। ਔਰ ਉਹ ਗੱਲਾਂ ਮੰਨ ਕੇ ਸਾਡਾ ਹੀ ਭਲਾ ਹੋਣਾ ਹੈ ਨਾ, ਵੀ ਗੁਰੂ ਕਿਹੜਾ ਆਪਦਾ ਫਾਇਦਾ ਕਰਾਉਂਦਾ ਪਿਆ, ਉਹਦੇ ਸਾਡਾ ਹੀ ਫਾਇਦਾ ਹੈ ਨਾ। ਜੇ ਗੁਰੂ ਕਹਿੰਦਾ ਵੀ ਅੰਮ੍ਰਿਤ ਵੇਲੇ ਉੱਠ, ਉਹ ਕਿਹਦਾ ਫਾਇਦਾ? ਉੱਦਮ ਕਿਹਦੇ ਜਾਏਗਾ? ਸਾਡੇ 'ਚ ਹੀ ਆਏਗਾ ਨਾ। ਗੁਰੂ ਕਹਿੰਦਾ ਨਿਤਨੇਮ ਕਰੇ ਦੇ 'ਚ, ਹੁਣ ਗੁਰੂ ਦਾ ਤਾਂ ਚਲੋ ਸਰਬੱਤ ਦੇ ਭਲੇ 'ਚ ਹੀ ਫਾਇਦਾ ਹੈ ਨਾ। ਪਰ ਉਹ ਅਸੀਂ ਇਹ ਸੋਚੇ ਵੀ ਉਹਦੇ ਵਿੱਚ ਗੁਰੂ ਦਾ ਕੋਈ ਨਿੱਜ ਮਨੋਰਥ ਥੋੜ੍ਹੀ ਹੈ। ਉਹ ਜੇ ਗੁਰੂ ਸਾਹਿਬ ਸਾਨੂੰ ਕਹਿੰਦੇ ਨਿਤਨੇਮ ਕਰਿਆ ਕਰ, ਫਲਾਣੀ ਮਰਿਆਦਾ ਮੰਨਿਆ ਕਰ, ਉਹ ਗੁਣ ਕਿਹਦੇ 'ਚ ਆਉਣੇ? ਸਾਡੇ 'ਚ ਹੀ ਆਉਣੇ ਆ। ਸਫਲ ਕਿੰਨੇ ਹੋਣਾ? ਅਸੀਂ ਹੋਣਾ ਹੈ। ਵਿਕਾਰਾਂ ਤੋਂ ਕੌਣ ਬਚੇਗਾ? ਦੁੱਖਾਂ ਤੋਂ ਕੌਣ ਬਚੇਗਾ? ਅਸੀਂ ਬਚਣਾ। ਗੁਰੂ ਸਾਹਿਬ ਜੀ ਜੋ ਕਹਿੰਦੇ ਸਾਡੇ ਭਲੇ ਵਾਸਤੇ ਕਹਿੰਦੇ ਪਏ ਆ, ਇਸ ਕਰਕੇ ਜੋ ਸਾਡੇ ਭਲੇ ਲਈ ਕਹਿੰਦੇ ਪਏ ਨੇ, ਫਿਰ ਜੋ ਗੁਰੂ ਸਾਹਿਬ ਜੀ ਕਹਿੰਦੇ ਨੇ ਉਹਨੂੰ ਮੰਨ ਲਈਏ। ਸਤਿਗੁਰੂ ਜੀ ਕਹਿੰਦੇ ਚਾਕਰ ਲੱਗੇ ਚਾਕਰੀ, ਜੇ ਚੱਲੇ ਖਸਮੈ ਪਾਏ, ਹੁਰਮਤ ਤਿਸ ਨੂੰ ਅਗਲੀ, ਉਹ ਵਜੋਂ ਭੇਦੂ ਨਾ ਖਾਏ, ਖਸਮੈ ਕਰੇ ਬਰਾਬਰੀ, ਫਿਰ ਗੈਰ ਤੇ ਅੰਦਰ ਪਾਏ, ਵਜੋਂ ਗਵਾਏ ਅਗਲਾ, ਮੋਹੇ ਮੋਹੇ ਪਾਣਾ ਖਾਏ, ਜਿਸ ਦਾ ਦਿੱਤਾ ਖਾਵਨਾ, ਤਿਸ ਕਹੀਐ ਸਾਬਾਸ, ਨਾਨਕ ਹੁਕਮ ਨਾ ਚੱਲਈ, ਨਾਲ ਖਸਮ ਚੱਲੈ ਅਰਦਾਸ। ਇਸ ਕਰਕੇ ਮਹਾਰਾਜ ਕਹਿੰਦੇ ਚਾਕਰ ਸਦਾਉਣਾ ਚਾਹੁੰਦਾ ਹੈ, ਸਿੱਖ ਸਦਾਉਣਾ ਚਾਹੁੰਦਾ ਹੈ, ਫਿਰ ਜੋ ਗਾਉਣਾ ਹੈ, ਜੋ ਸੁਣਦਾ ਹੈ, ਉਹਨੂੰ ਮੰਨ ਵੀ ਲੈ, ਕਿਉਂਕਿ ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੇ ਕੀ ਗਤ ਕਹੀ ਨਾ ਜਾਏ। ਤੋ ਇਹ ਮੰਨੇ ਵਾਲੀਆਂ ਪੌੜੀਆਂ ਦੇ ਜਿਹੜੇ ਅੱਖਰੀ ਅਰਥ ਨੇ ਉਹ ਆਪਾਂ ਅਗਲੇ ਐਪੀਸੋਡ ਦੇ ਵਿੱਚ ਵਿਚਾਰਾਂਗੇ। ਅੱਜ ਵਿਚਾਰ ਕਰਦੇ ਹਾਂ ਬੇਅੰਤ ਭੁੱਲਾਂ ਹੋਈਆਂ ਨੇ ਜੀ, ਸਤਿਗੁਰੂ ਜੀ ਬਖਸ਼ਿਸ਼ ਕਰਨ। ਇਹ ਆਪਾਂ ਭਾਵ ਅਰਥ ਵਿਚਾਰਿਆ, ਜਿਹਦੇ ਵਿੱਚ ਆਪਾਂ ਆਪਣੇ ਮਨ ਨੂੰ ਇਹ ਸਮਝਾਇਆ ਹੈ ਕਿ ਜੋ ਸੁਣਿਆ ਫਿਰ ਉਹਨੂੰ ਮੰਨਣਾ ਵੀ ਆ। ਅਸੀਂ ਮੋਟੀਵੇਸ਼ਨ ਲੈਣੀ ਗੁਰਬਾਣੀ ਤੋਂ। ਹੁਣ ਇਸ ਤੋਂ ਬਾਅਦ ਫਿਰ ਇਹਨਾਂ ਜੇ ਮੰਨੇ ਦੀਆਂ ਪੌੜੀਆਂ ਨੇ ਨਾ ਜੀ, ਇਹਦੇ ਵਿੱਚ ਆਪਾਂ ਸਮਝਾਂਗੇ ਵੀ ਪਹਿਲੀ ਪੌੜੀ ਦੇ ਅਰਥ ਕੀ ਨੇ ਔਰ ਬਾਕੀ 3 ਪੌੜੀਆਂ ਦੀ ਲੜੀ ਕੀ ਬਣਦੀ ਆ। ਕਿਉਂਕਿ ਪਹਿਲੀ ਅਤੇ ਪਿਛਲੀਆਂ 3 ਪੌੜੀਆਂ ਦੇ ਜਿਹੜੇ ਉਹਨਾਂ ਦੇ ਵਿੱਚ ਇੱਕ ਥੋੜ੍ਹਾ ਜਿਹਾ ਡਿਫਰੈਂਸ ਹੈ ਕਿ ਪਹਿਲੀ ਪੌੜੀ ਦੇ ਵਿੱਚ ਮੰਨੇ ਅਤੇ ਨੰਨੇ ਅਤੇ ਲਾਂ ਹੈ, ਮੰਨੇ ਆ, ਔਰ ਫਿਰ ਜਿਹੜੀਆਂ ਦੂਜੀਆਂ 3 ਪੌੜੀਆਂ ਨੇ ਉੱਥੇ ਫਿਰ ਮੰਨੈ ਹੈ, ਨੰਨੇ ਨੂੰ ਦੁਲਾਵਾਂ ਨੇ। ਉੱਥੇ ਕੀ ਅਰਥ ਦਾ ਚੇਂਜ ਆ ਜਾਂਦੀ, ਕੀ ਡਿਫਰੈਂਸ ਆ ਜਾਂਦਾ। ਔਰ ਫਿਰ ਇਹਨਾਂ 4 ਪੌੜੀਆਂ ਦੇ ਅੱਖਰੀ ਅਰਥ ਆਪਾਂ ਅਗਲੇ ਐਪੀਸੋਡ ਦੇ ਵਿੱਚ ਵਿਚਾਰਾਂਗੇ ਜੀ। ਅੱਜ ਵਿਚਾਰ ਕਰਦੇ ਆ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਜੀ ਬਖਸ਼ ਲੈਣਾ ਜੀ, ਔਰ ਅਗਾਂਹ ਤੋਂ ਸਮੱਤ ਬਖਸ਼ਣੀ ਵਿੱਚ ਵਰਤ ਕੇ ਆਪ ਹੀ ਕਿਰਪਾ ਕਰਕੇ ਉੱਦਮ ਬਖਸ਼ ਕੇ ਰਹਿਮਤਾਂ ਬਖਸ਼ ਕੇ ਜਪਜੀ ਸਾਹਿਬ ਦੀ ਲੜੀਵਾਰ ਵਿਚਾਰ ਕਰਾ ਲੈਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।